ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਤ ਸੰਗਤ ਜੀਓ, ਸੰਗਤ ਰੂਪ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਸੀ ਜੈਤ ਸ੍ਰੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਰ, ਜੈਤ ਸ੍ਰੀ ਦੀ ਬਾਰ, ਮਹੱਲਾ ਪੰਜਵਾਂ। ਕੱਲ ਆਪਾਂ 18 ਪੌੜੀਆਂ ਤੱਕ ਵਿਚਾਰ ਕੀਤੀ ਸੀ। 2 ਪੌੜੀਆਂ ਤੇ ਸਲੋਕ ਹੋਰ ਨੇ ਇਸ ਬਾਰ ਦੇ। ਆਓ ਵਿਚਾਰ ਸ਼ੁਰੂ ਕਰਦੇ ਹਾਂ। ਸਲੋਕ। ਗੁਰ ਗੋਬਿੰਦ ਗੋਪਾਲ ਗੁਰ, ਗੁਰ ਪੂਰਨ ਨਾਰਾਇਣ। ਗੁਰ ਦਿਆਲ ਸਮਰੱਥ ਗੁਰ, ਗੁਰ ਨਾਨਕ ਪਤਿਤ ਉਦਾਹਰਨ ਹੈ। ਗੁਰ ਹੈ ਜੋ ਗਿਆਨ ਹੈ। ਗੁਰ ਕੀ ਹੈ? ਕਿਹਦਾ ਦਿੱਤਾ ਗਿਆਨ ਹੈ। ਅੱਜ ਜਦੋਂ ਪਰਮੇਸ਼ਰ ਕਿਸੇ ਦੇ ਹਿਰਦੇ 'ਚ ਵਸ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ, ਫਿਰ ਆਪ ਆਪਣਾ ਬਚਨ ਆਪਣੇ ਜਨਾਂ ਦੀ ਰਸਨਾ ਤੋਂ ਦਿੰਦਾ ਹੈ। ਉਸ ਬਚਨ ਨੂੰ ਗੁਰ ਕਹਿ ਦਿੰਦੇ ਨੇ। ਇਹ ਅਬਨਾਸੀ ਪਰਮੇਸ਼ਰ ਦਾ ਬਚਨ ਹੁੰਦਾ ਹੈ, ਪੂਰੇ ਦਾ ਬਚਨ ਹੁੰਦਾ ਹੈ। ਇਸ ਕਰਕੇ ਉਸ ਦਾ ਬਚਨ ਵੀ ਪੂਰਾ ਹੁੰਦਾ ਹੈ। ਗੁਰ ਗੋਬਿੰਦ, ਗੁਰ ਹੀ ਗੋਬਿੰਦ ਹੈ। ਗੋਪਾਲ ਗੁਰ, ਕੋਈ ਪਰਮੇਸ਼ਰ ਵੱਲੋਂ ਦਿੱਤਾ ਗਿਆਨ ਹੈ। ਗੁਰ ਪੂਰਨ ਨਾਰਾਇਣ ਹੈ। ਪੂਰਾ ਪਰਮੇਸ਼ਰ, ਪੂਰਾ ਨਾਰਾਇਣ, ਉਸ ਦਾ ਦਿੱਤਾ ਬਚਨ ਜਿਹੜਾ ਹੈ ਗੁਰ ਹੈ, ਜੋ ਗਿਆਨ ਦਾ ਸੁਰਮਾ ਨੇਤਰਾਂ 'ਚ ਪਾਇਆ ਜਾਂਦਾ ਹੈ, ਜਿਸ ਤੋਂ ਸਾਡੀ ਭਗਤੀ ਸ਼ੁਰੂ ਹੁੰਦੀ ਹੈ, ਜਿੱਥੋਂ ਸਾਨੂੰ ਗਿਆਨ ਪ੍ਰਾਪਤ ਹੋਣਾ ਸ਼ੁਰੂ ਹੁੰਦਾ ਹੈ। ਗੁਰ ਦਿਆਲ ਸਮਰੱਥ ਗੁਰ, ਗੁਰ ਦਿਆਲੂ ਵੀ ਹੈ, ਸਮਰੱਥ ਵੀ ਹੈ। ਸਮਰੱਥ ਗੁਰ, ਗੁਰ ਨਾਨਕ ਪਤਿਤ ਉਦਾਹਰਨ ਹੈ। ਗੁਰ ਹੀ ਦਿੱਤਾ ਜੋ ਬਚਨ ਹੈ, ਪਤਿਤਾਂ ਦਾ ਉਦਾਰ ਕਰਦਾ ਹੈ। ਗੁਰੂ ਨਾਨਕ ਪਤਿਤ ਉਦਾਹਰਨ ਹੈ। ਗੁਰ ਹੀ ਪਤਿਤਾਂ ਦਾ, ਪਤਿਤ ਤੇ ਪਤਿਤ ਦਾ ਵੀ ਉਦਾਰ ਕਰ ਦਿੰਦਾ ਹੈ। ਭਵਜਲ ਬਿਖਮ ਅਸਗਾ, ਗੁਰ ਬੋਹਿਤ ਹੈ ਤਾਰਿਅਮ। ਜੋ ਇਹ ਸੰਸਾਰ ਸਾਗਰ ਹੈ, ਭਵਜਲ ਹੈ, ਬਹੁਤ ਵੱਡਾ ਹੈ, ਅਸਗਾ ਹੈ, ਬਿਖਮ ਹੈ, ਡਰਾਵਣਾ ਹੈ। ਗੁਰ ਬੋਹਿਤ ਹੈ ਤਾਰਿਅਮ, ਪਰ ਇਸ ਦੇ ਵਿੱਚ ਗੁਰ ਵੇੜਾ ਹੈ, ਜਿਹੜਾ ਸਾਨੂੰ ਭਵ ਸਾਗਰ ਤੋਂ ਪਾਰ ਕਰ ਦਿੰਦਾ ਹੈ, ਭਵ ਸਾਗਰ ਨੂੰ ਉਤਾਰ ਦਿੰਦਾ ਹੈ। ਨਾਨਕ ਪੂਰ ਕਰਮ ਸਤਿਗੁਰ ਚਰਨੇ ਲੱਗਿਆ। ਪਰ ਇਹ ਕਰਮ ਸਾਡਾ ਕਦੋਂ ਪੂਰਾ ਹੁੰਦਾ ਹੈ, ਪੂਰਨ ਹੋ ਜਾਂਦਾ? ਜਦੋਂ ਸਤਿਗੁਰ ਦੇ ਚਰਨੀ ਜੁੜ ਜਾਂਦੇ ਹਾਂ, ਸੱਚੇ ਉਪਦੇਸ਼ ਨੂੰ ਲੈ ਕੇ ਸੁਣ ਕੇ ਮੰਨ ਲੈਂਦੇ ਹਾਂ, ਤੇ ਭਵ ਸਾਗਰ ਤੋਂ ਸਾਨੂੰ ਪਾਰ ਕਰ ਦਿੰਦਾ ਹੈ। ਗੁਰ ਹੀ ਸਮਰੱਥ ਹੈ, ਗੁਰ ਜੁਗਤ ਹੈ, ਜੋ ਆਪ ਪਰਮੇਸ਼ਰ ਆਪਣੇ ਜਨਾਂ ਦੁਆਰਾ ਸਾਨੂੰ ਬਖਸ਼ਿਸ਼ ਕਰਦਾ ਹੈ। ਅੱਗੇ ਪੌੜੀ ਦੇ ਵੀ ਸਮਝਾਉਂਦੇ ਨੇ, ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ। ਕਹਿੰਦੇ ਧੰਨ ਹੈ, ਧੰਨ ਧੰਨ 2 ਵਾਰ ਕਿਹਾ ਹੈ। ਕਿਸ ਨੂੰ? ਗੁਰਦੇਵ ਨੂੰ, ਕਿਉਂਕਿ ਮਨ ਦੇ ਵਾਸਤੇ ਗੁਰਦੇਵ ਹੀ ਸਾਰਾ ਕੁਛ ਹੈ। ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ, ਕਿਉਂਕਿ ਜਿਸ ਦਾ ਸੰਗ ਕਰਕੇ ਹਰੀ ਨੂੰ ਜਪਿਆ ਜਾਂਦਾ ਹੈ, ਉਹ ਗੁਰਦੇਵ, ਉਹ ਗਿਆਨ, ਉਹ ਬਚਨ ਜੋ ਪ੍ਰਭੂ ਦਾ ਬਚਨ ਹੈ, ਵਿਨਾਸੀ ਦਾ ਬਚਨ ਹੈ, ਉਹ ਧਨ ਹੈ। ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ, ਜਿਹਦੇ ਸੰਗ ਨਾਲ ਹਰੀ ਦਾ ਜਪ ਗਿਆਨ ਪ੍ਰਾਪਤ ਹੁੰਦਾ, ਹਰੀ ਦੀ ਸੋਝੀ ਆਉਂਦੀ, ਪਰਮੇਸ਼ਰ ਦਾ ਮਿਲਾਪ ਹੁੰਦਾ ਹੈ।
फिर परमेश्वर की उस्तत होती है। गुर किरपाल जब पए तां अवगुण सब छपे। जदों गुर किरपा करता है, कृपालु हो जाता, दया करता है, फिर जिहड़े भी अंदर औगण ने सब छप जाते ने, जां सब निकल जाते ने, नष्ट हो जाते ने, औगण का नाश हो जाता है, जां अंदर किते छुप के बह जाते ने, जिवें किसी तो डरदा कोई चीज़ लुक जाती है, इदां छप जाते ने। पार ब्रह्म गुरुदेव नीचों उच थपे। पार ब्रह्म परमेश्वर जो गुरुदेव है, सानू नीचा नू उच्चे कर देंदा है, ऊंचे थाप देंदा है। कार सिलक दुख माया कर लीने आप दसे। ये जिहड़े माया दा कपड़ा पहनिया सी, जिथे दुख ने, इनू छड्ड कट देंदा है प्रभु, ते अपने कर लेंदा है। कर लीने आप दसे, अपने सेवक अपने दास बना लेंदा है। गुण गाए बेअंत रसना हर जसे। फिर जीव जिन्हां ते इन्नी दया करदा है, अपना सेवक बना लेंदा है, फिर ओहदे गुण गाउंदा है। किसदे? बेअंत परमेश्वर दे। क्योंकि आप प्रभु ने उसनूं ये अपनी सिर्फ सलाह दा खजाना बख्शिया हुंदा है, आप ये जस बख्शिया हुंदा है, फिर वो अगे गुर दा ज्ञान देंदा है जीवां नूं, जिसनूं आप प्रभु अपना बना लेंदा है। अगला शब्द फिर श्लोक। दृष्टांत एको सुन्यांत एको वृतांत एको नरहरै। नाम दान जाचंत नानक दयाल पुरख कृपा करे। सतगुर समझाउंदे ने सब तो पहला दृष्टांत, दृष्ट दर्शन करने। एक परमेश्वर नूं देखता है जीव जो सर्वव्यापी है। सुन्यंत एको, उस तो फिर एक परमेश्वर दे बारे सुनना है, ते फिर देखना है वृतांत एको नरहरै। क्योंकि जिन्हां ने उसनूं देख लिया है, जिन्हां ने दर्शन कर लए हन, जो हर थां ते वसन वाला है, उहदी सुननी है, ते सुन के फिर उसनूं देखना हुंदा है। फिर सारे पासे ओही वरत रहा है। दृष्टांत एको सुन्यंत एको वृतांत एको नरहरै। हर तां परमेश्वर ही वरत रहा है। नाम दान जचंत नानक दयाल पुरख कृपा करे। हुण ऐसे जना कोलों जेड़े जी फिर लोचदे ने प्रभु तो दान, नाम दा दान जाचक वंडदे ने, फिर उन्हां ते आप पुरख, आप दयालु पुरख कृपा करता है। नाम दान जचंत नानक दयाल पुरख कृपा करे। सतगुर समझाउंदे ने जेड़े नाम दान नूं जाचदे ने, उन्हां ते आप परमेश्वर दयालु कृपा कर देंदा है। हिक सेवी हिक समला हर एक सपै अरदास। कहते एक दी सेवा करिए, एक नूं समलीए, सच नूं जाणीए, सच दी सेवा करिए, हर एक सपै अरदास। जे कुछ मंगना भी है तां एक परमेश्वर तो मंगीए, पहला उसनूं मंग लईए, परमेश्वर नूं मंग लईए, वो मिल गया सारा कुछ ही मिल जाता है। इस करके समझाउंदे ने कि हर एक सपै अरदास, नाम बखर तन संचिया नानक सच्ची रास। जिन्हां ने नाम धन दे खजाने नूं संच लिया है, प्राप्त कर लिया है, यही सच्चा धन है। नानक सच्ची रास, ये सच्चा धन है। धन संसार दे विच बहुत तरह दा है, पर सच्चा धन जिहड़ा है नाम ही है। नाम धन बिन होर भिख्या सब जान। जो नाम धन मिल गया फिर साडे कोल होर वस्तां भी प्रवान होंदियां ने। जे नाम धन नहीं है, होर वस्तां खादा पहनिया भी साडे वास्ते तिरकार होंदा है। अगे पौड़ी समझाउंदे ने प्रभ दयाल बेअंत पूर्ण एक ए, कि प्रभु दयालु है, बेअंत है, पूर्ण है। एक परमेश्वर ही संसार दे विच पूर्ण है।
ਉਹੀ ਦਇਆ ਕਰਦਾ ਹੈ। ਜਿਨ੍ਹਾਂ ਤੇ ਦਇਆ ਕਰਦਾ ਹੈ ਉਹਨਾਂ ਨੂੰ ਆਪਣੇ ਬਣਾ ਲੈਂਦਾ ਹੈ। ਸਭ ਕੁਛ ਆਪੇ ਆਪ ਦੂਜਾ ਕਹਾਂ ਕੇ, ਜਿਨ੍ਹਾਂ ਨੂੰ ਖੁਸ਼ ਹੁੰਦਾ ਪ੍ਰਗਟ ਹੋ ਜਾਂਦਾ, ਸਾਰੇ ਪਾਸੇ ਆਪ ਹੀ ਵਰਤਦਾ ਹੈ। ਉਸੇ ਦੀ ਰਚਨਾ ਹੈ, ਉਸੇ ਦੁਆਰਾ ਇਹ ਦੋ ਤਰ੍ਹਾਂ ਦੀ ਸੰਸਾਰ ਸ੍ਰਿਸ਼ਟੀ ਰਚੀ ਹੈ। ਇੱਕ ਸੂਖਸ਼ਮ ਹੈ ਤੇ ਦੂਜੀ ਅਸਥੂਲ ਹੈ। ਇੱਕ ਦ੍ਰਿਸ਼ਟਮਾਨ ਹੈ, ਇੱਕ ਦ੍ਰਿਸ਼ਟ ਹੈ। ਲੇਕਿਨ ਹਰ ਚੀਜ਼ ਆਪਣੇ ਤੋਂ ਪੈਦਾ ਹੋਣ ਕਰਕੇ ਆਪਣੀ ਜੋਤ ਉਸ ਦੀ ਵਿੱਚ ਹੈ, ਇਸ ਕਰਕੇ ਆਪ ਹੀ ਹੈ। ਆਪ ਕਰੋ ਪ੍ਰਵਦਾਨ ਆਪੇ ਆਪ ਲੇਹੋ। ਆਪ ਦਇਆ ਕਰਦਾ ਹੈ ਜਿਨ੍ਹਾਂ ਨੂੰ, ਉਹਨਾਂ ਨੂੰ ਆਪ ਹੀ ਇਹ ਖਜ਼ਾਨਾ ਬਖਸ਼ਿਸ਼ ਕਰਦਾ ਹੈ। ਦੂਜਿਆਂ ਦੇ ਵਿੱਚ ਵੀ ਆਪਣੀ ਹੀ ਜੋਤ ਹੈ ਤੇ ਉੱਥੇ ਲੈਣ ਵਾਲਾ ਵੀ ਆਪ ਹੈ। ਕਿਉਂਕਿ ਸਿੱਧਾ ਦਿੱਤਾ ਨਹੀਂ ਜਾਂਦਾ। ਕੋਈ ਜੀਵ ਪਹਿਲਾਂ ਕਿਸੇ ਤੇ ਖੁਸ਼ ਹੁੰਦਾ ਹੈ, ਕਿਸੇ ਦੇ ਅੰਦਰ ਵੈਰਾਗ ਹੁੰਦਾ ਹੈ, ਉਸ ਨੂੰ ਪ੍ਰਗਟ ਹੁੰਦਾ ਹੈ। ਤੇ ਸਭ ਤੋਂ ਵੱਡੀ ਗੱਲ ਹੈ ਕਿ ਨਿਰੰਕਾਰ ਨੂੰ ਸੁਣ ਕੇ ਦਰਸ਼ਨ ਕਰਨੇ, ਫਿਰ ਮੰਨ ਲੈਣਾ। ਮੰਨਣਾ ਬੜਾ ਔਖਾ ਹੈ। ਫਿਰ ਪ੍ਰੇਮ ਪਾਉਣਾ। ਜਿਸ ਤੇ ਦਇਆ ਕਰਦਾ ਹੈ ਉਹੀ ਇਹ ਸਾਰਾ ਕੁਛ ਕਰ ਸਕਦਾ ਹੈ। ਆਪ ਦਇਆ ਕਰਦਾ ਹੈ। ਆਪ ਕਰੋ ਪ੍ਰਵਦਾਨ ਆਪੇ ਆਪ ਲੇਹੋ। ਆਵਣ ਜਾਣਾ ਹੁਕਮ ਸਭ ਨਿਸ਼ਚਲ ਤੁਧ ਤੇ ਹੋ। ਸਭ ਕੁਛ ਆਵਣ ਜਾਣਾ ਹੁਕਮ ਦੇ ਵਿੱਚ ਹੈ, ਲੇਕਿਨ ਆਪ ਇਸ ਤੋਂ ਮੁਕਤ ਹੈ। ਆਪ ਜਿਹੜਾ ਉਸ ਦਾ ਸਥਾਨ ਹੈ ਸਾਡੇ ਅੰਦਰ ਹਰ ਥਾਂ ਤੇ ਉੱਚੇ ਥਾਂ ਤੇ ਹੈ। ਉਹ ਆਵਣ ਜਾਵਣ ਦੇ ਵਿੱਚ ਨਹੀਂ ਹੈ, ਲੇਕਿਨ ਉਸਨੇ ਸਾਡੇ ਮਨਾਂ ਨੂੰ ਆਵਣ ਜਾਵਣ ਦੇ ਵਿੱਚ ਪਾਇਆ ਹੈ। ਨਾਨਕ ਮੰਗੈ ਦਾਨ ਕਰ ਕਿਰਪਾ ਨਾਮ ਦੇਹੋ। ਤੇ ਸਤਿਗੁਰ ਸਮਝਾਉਂਦੇ ਨੇ ਕੀ ਮੰਗਦੇ ਹਾਂ ਅਸੀਂ? ਨਾਮ ਦਾ ਦਾਨ। ਨਾਨਕ ਮੰਗੈ ਦਾਨ ਕਰ ਕਿਰਪਾ ਨਾਮ ਦੇਹੋ। ਤੇ ਤੋਂ ਦਾਨ ਮੰਗਦੇ ਕਿਹੜਾ? ਨਾਮ ਦਾ। ਹੇ ਪ੍ਰਭੂ ਜੀ, ਕਿਰਪਾ ਕਰਕੇ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ। ਕਿਉਂਕਿ ਨਾਮ ਹੀ ਮੰਗਣਾ ਹੈ। ਇੱਕ ਦੀ ਸਿਫਤ ਸਲਾਹ ਕਰਨੀ, ਇੱਕ ਦੇ ਦਰਸ਼ਨ ਕਰਨੇ ਨੇ, ਇੱਕ ਦੀ ਗੱਲ ਕਰਨੀ, ਇੱਕ ਦੀ ਸਿਫਤ ਸਲਾਹ ਕਰਨੀ, ਇੱਕ ਦੀ ਸੇਵਾ ਕਰਨੀ, ਇਹ ਸਾਡੇ ਜੀਵਨ ਦਾ ਮਨੋਰਥ ਹੈ। ਜਿਸ ਨੂੰ ਸੁਖਮਨੀ ਸਾਹਿਬ ਚ ਮਹਾਰਾਜ ਸਮਝਾਉਂਦੇ ਨੇ, ਏਕੋ ਜਪ ਏਕੋ ਸਲਾਹ ਏਕ ਸਿਮਰ ਏਕੋ ਮਨ ਆ, ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰ ਆਪ ਪੂਰਨ ਪੂਰੇ ਹੋ ਪ੍ਰਭ व्याप। अनेक विस्तार एक ते पए, एक आराध प्रास्त गए, मंत्र अंतर एक प्रवराता, गुर प्रसाद नानक एक जाता। गुरु की कृपा नाल जदों एक नूं जान लिया है, फिर वही बसता है। और इत्थे संपूर्णता हुई है जो जैतश्री दी बार आप शुरू की सी। अगे शब्द है भगतां दी बाणी है, जैत श्री बाणी भगतां की। जैतश्री राग दे विच भगतां दी बाणी है। ओंकार सतगुर प्रसाद, एक ओंकार परमेश्वर दा जो ज्ञान है, सतगुर दी कृपा सदका जो आप बख्शिश करता है। ये बाबा रविदास जी दा शब्द है। नाथ कछुआ ना जानू, मन माया के हाथ बेकानू। हे प्रभु, मैं कुछ नहीं जानता, मैनू कोई ज्ञान नहीं है। हाँ, मेरा मन जिहड़ा है माया दे हाथ बिकदा है। माया जो भी चाहुंदी इसनू करवा लैंदी, क्योंकि ये माया नाल जुड़िया है। इस करके मैनू तेरा ज्ञान नहीं है प्रभु, तेरी सोझी नहीं। इस करके माया, क्योंकि परमेश्वर तो बिना सब कुछ ही माया है। जो भी जीव करता है त्रै गुणा दे विच ही करता है, रजो गुण ते तमो गुण ते जां सतो गुण ते चलता है सारा माया। इस तो अगला ज्ञान नहीं है। पर जदों जीव मन लैंदा है, जिवें भगतां ने मन्निया पैरां कि सानू ज्ञान नहीं, फिर ज्ञान लिया फिर चले। इदां ही इत्थे समझाउंदे ने, नाथ कछुआ ना जानू, मन माया के हाथ बिकानू। भी मन मेरा माया दे हत्थ बिकता है। तुम कहियत हो जगत गुर स्वामी। उस समय जदों बाबा रविदास जी समकाली भगत होए ने, रामानंद जी उस समय ये ज्ञान देंदे सी, साधु पदवी ते सी, गुर दा ज्ञान देंदे सी, भगती दा मार्ग दसदे सी।
ਉਹਨਾਂ ਨੂੰ ਵੀ ਉਹਨਾਂ ਦੇ ਪਹਿਲਾਂ ਜੋ ਗੁਰੂ ਹੋਇਆ ਰਾਮਾਨੰਦ ਜੀ ਦਾ, ਜਿਸ ਦੇ ਬਾਰੇ ਪਰਮਾਨੰਦ ਜੀ ਦੱਸਦੇ ਹਨ, ਪਰਮਾਨੰਦ ਜੀ ਨੇ ਉਹਨਾਂ ਨੂੰ ਗਿਆਨ ਦਿੱਤਾ ਸੀ, ਕਿਉਂਕਿ ਗੁਰ ਤੋਂ ਬਿਨਾਂ ਗਿਆਨ ਹੀ ਨਹੀਂ ਹੁੰਦਾ। ਤੇ ਫਿਰ ਰਾਮਾਨੰਦ ਜੀ ਨੇ ਭਗਤਾਂ ਨੂੰ ਇਹ ਗਿਆਨ ਬਖਸ਼ਿਸ਼ ਕੀਤਾ। ਹੁਣ ਉੱਥੇ ਜਾ ਕੇ ਕਿਹੋ ਜਿਹੀ ਬੇਨਤੀ ਕੀਤੀ, ਤੁਮ ਕਹੀਏ ਤੋ ਹੋ ਜਗਤ ਗੁਰ ਸੁਆਮੀ। ਤੁਹਾਨੂੰ ਜੀ ਜਗਤ ਗੁਰ, ਸਾਰੇ ਜਗਤ ਦਾ ਗੁਰ ਸੁਆਮੀ ਆਖਿਆ ਜਾਂਦਾ ਹੈ। ਹਮ ਕਹੀਏ ਤਾਂ ਕਲਯੁਗ ਕੇ ਕਾਮੀ, ਲੇਕਿਨ ਮੈਂ ਕਲਯੁਗ ਦਾ ਕਾਮੀ ਹਾਂ। ਮੈਂ ਆਪਣੇ ਬਾਰੇ ਦੱਸਦਾ ਕਿ ਮੈਂ ਕਲਯੁਗ ਦਾ ਕਾਮੀ ਹਾਂ ਤੇ ਤੁਸੀਂ ਜਗਤ ਗੁਰ ਦੇ ਸੁਆਮੀ ਹੋ। ਇਨ ਪੰਚਨ ਮੇਰਾ ਮਨ ਜੂ ਵਿਗਾਰਿਓ, ਇਹ ਜਿਹੜੇ ਪੰਜ ਦੁਸ਼ਟ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਪੰਜਾਂ ਨੇ ਮੇਰੇ ਮਨ ਨੂੰ ਬੜਾ ਵਿਗਾੜਿਆ ਹੈ। ਪਲ ਪਲ ਹਰ ਜੀ ਤੇ ਅੰਤਰ ਪਾਰਿਓ, ਇੱਕ ਪਲ ਪਲ ਵੀ ਉਸ ਪਰਮੇਸ਼ਰ ਦੇ ਮਨ ਨਾਲ ਨਹੀਂ ਜੁੜਨ ਦਿੰਦੇ, ਇੱਕ ਖਿਣ ਪਲ ਵੀ ਉਸ ਦੀ ਯਾਦ ਨਹੀਂ ਆਉਣ ਦਿੰਦੇ, ਮੈਨੂੰ ਉਸ ਤੋਂ ਵਿਛੋੜ ਕੇ ਰੱਖਦੇ ਹਨ। ਮੇਰਾ ਧਿਆਨ ਇੱਕ ਖਿਣ ਪਲ ਵੀ ਪਰਮੇਸ਼ਰ 'ਚ ਨਹੀਂ ਲੱਗਣ ਦਿੰਦੇ। ਜਦ ਦੇਖੋ ਤਤ ਦੁੱਖ ਕੀ ਰਾਸ਼ੀ, ਜਿੱਥੇ ਵੀ ਅਸੀਂ ਦੇਖਦੇ ਹਾਂ, ਜੋ ਵੀ ਸਮਾਂ ਹੈ, ਦੁੱਖਾਂ ਦਾ ਭਰਿਆ ਹੋਇਆ ਹੈ। ਮਨ ਦੁਖੀ ਹੀ ਹੈ, ਕਿਉਂਕਿ ਮਨ ਨੂੰ ਸੁੱਖ ਨਹੀਂ ਸੰਸਾਰ ਦੇ ਵਿੱਚ, ਸੁੱਖ ਨੇ ਨਾਮ ਦੇ ਵਿੱਚ। ਅਜੋ ਨਾ ਪੜਾਏ ਪਤਿਆਏ ਨਿਗਮ ਪਏ ਸਾਖੀ, ਕਹਿੰਦੇ ਵੇਦਾਂ ਸ਼ਾਸਤਰਾਂ ਨੂੰ ਵੀ ਪੜ੍ਹ ਲਿਆ, ਉਹ ਵੀ ਸਾਰੇ ਇਹ ਗਿਆਨ ਦੇ ਰਹੇ ਨੇ ਕਿ ਨਾਮ ਤੋਂ ਬਿਨਾਂ ਸਭ ਕੁਛ ਕੂੜ ਹੈ। ਪਰ ਕਹਿੰਦੇ ਫਿਰ ਵੀ ਮਨ ਸਾਡਾ ਪਤਾ ਨਹੀਂ ਕਿਉਂ ਇਸ ਪਾਸੇ ਭਰੋਸਾ ਨਹੀਂ ਕਰਦਾ, ਪਰਮੇਸ਼ਰ ਵਾਲੇ ਪਾਸੇ ਮਾਇਆ ਦੇ ਹੱਥ ਹੀ ਵਿਕਦਾ ਰਹਿੰਦਾ ਹੈ, ਮਾਇਆ ਦੇ ਨਾਲ ਹੀ ਪ੍ਰੇਮ ਕਰਦਾ ਹੈ। ਜਦ ਕਿ ਵੇਦਾਂ ਸ਼ਾਸਤਰਾਂ ਦੇ ਵਿੱਚ ਸਾਰਾ ਦੱਸਿਆ ਹੈ ਕਿ ਮਾਇਆ ਇੱਕ ਸਾਡੇ ਨਾਲ ਠਗੌਰੀ ਹੈ, ਇੱਕ ਸਾਡੇ ਨਾਲ ਧਰੋਹ ਹੈ। ਫਿਰ ਵੀ ਮਨ ਮਾਇਆ ਦੇ ਹੱਥ ਵਿਕਦਾ ਹੈ। ਗੌਤਮ ਨਾਰ ਉਮਾਪਤ ਸੁਆਮੀ, ਸੀਸ ਤਰਨ ਸਹਿਜ ਪਗ ਗਾਮੀ। ਮਨ ਹੈ ਜਿਹੜਾ, ਕਿਉਂਕਿ ਜਿੱਥੇ ਮਨ ਇਸ ਸਰੀਰ ਦੇ ਵਿੱਚ ਵਸਦਾ ਹੈ, ਇੱਥੇ ਹੀ ਪੰਜ ਚੋਰਾਂ ਦਾ ਵਾਸਾ ਹੈ। ਜਿਹੜੇ ਕਾਮ ਆਦਿਕ ਪੰਜ ਚੋਰ ਨੇ, ਇਹਨਾਂ ਦਾ ਵਾਸਾ ਹੈ। ਤੇ ਇਹਨਾਂ ਦੇ ਗ੍ਰਸਤ ਤੋਂ ਇਹਨਾਂ ਦੀ ਜਿਹੜੀ ਲਪੇਟ ਹੈ, ਇਹਨਾਂ ਦੇ ਕਹਿ ਲਈਏ ਕਿ ਇਹਨਾਂ ਤੋਂ ਮੁਕਤ ਬੜੇ ਬੜੇ ਵੀ ਨਹੀਂ ਹੋ ਸਕੇ। ਉਹਨਾਂ ਨੂੰ ਵੀ ਇਹਨਾਂ ਨੇ ਕਿਤੇ ਨਾ ਕਿਤੇ ਫਸਾ ਲਿਆ ਹੈ। ਜਿਵੇਂ ਗੌਤਮ ਰਿਸ਼ੀ ਹੋਇਆ, ਉਸ ਦੀ ਨਾਰ ਦੀ ਗੱਲ ਆਉਂਦੀ ਹੈ, ਜੋ ਹਲਿਆ ਸੀ। ਜਾਂ ਫਿਰ ਸ਼ਿਵ ਜੀ ਬਾਰੇ ਜੋ ਲਿਖਿਆ ਹੈ, ਰੁਦਰ ਰੂਪ ਧਾਰਨ ਕਰਦਾ ਹੈ, ਕ੍ਰੋਧ ਦੇ ਵਿੱਚ ਆ ਜਾਂਦਾ, ਕੋਈ ਕਾਮ 'ਚ ਫਸਦਾ ਹੈ। ਉਮਾਪਤ ਸੁਆਮੀ, ਉਮਾਪਤ ਉਮਾ ਪਰਵਤੀ ਜੀ ਨੂੰ ਕਿਹਾ ਹੈ, ਤੇ ਉਸ ਦਾ ਪਤੀ ਜੋ ਹੈ ਸ਼ਿਵ ਜੀ। ਸੀਸ ਤਰਨ ਸਹਿਜ ਪਗਾਮੀ, ਕਹਿੰਦੇ ਸਾਰੇ ਹੀ ਇਹਨਾਂ ਦੀ ਵੀ ਤਪੱਸਿਆ ਭੰਗ ਕਰ ਦਿੱਤੀ ਇਹਨਾਂ ਪੰਜਾਂ ਨੇ। ਕਿਤੇ ਕਿਸੇ ਨੂੰ ਕ੍ਰੋਧ ਦੇ ਵਿੱਚ, ਜਿਵੇਂ ਸ਼ਿਵ ਜੀ ਨੂੰ ਕ੍ਰੋਧ ਆ ਗਿਆ, ਕ੍ਰੋਧ ਦੇ ਵਿੱਚ ਕਿਤੇ ਕਿਸੇ ਨੂੰ ਭਸਮ ਕਰ ਦਿੱਤਾ, ਬਚ ਨਹੀਂ ਸਕੇ। ਇਨ ਦੂਤਨ ਖਲ ਬਦ ਕਰ ਮਾਰਿਓ, ਕਹਿੰਦੇ ਇਹ ਦੂਤ ਜਿਹੜੇ ਫਿਰ ਮੈਨੂੰ ਵੀ ਮੂਰਖ ਨੂੰ ਬੰਨ ਕੇ ਮਾਰਦੇ ਹਨ, ਜਿਨ੍ਹਾਂ ਨੇ ਏਡੇ ਏਡੇ ਨਹੀਂ ਬਚ ਸਕੇ, ਜਿਨ੍ਹਾਂ ਦੀ ਲਪੇਟ ਤੋਂ, ਕਹਿੰਦੇ ਮੈਨੂੰ ਵੀ ਇਹੀ ਤੋੜਦੇ ਹਨ, ਇਹ ਮੈਨੂੰ ਵੀ ਮਾਰਦੇ ਹਨ, ਮੈਨੂੰ ਮੂਰਖ ਨੂੰ ਮਾਰਦੇ ਨੇ, ਬੰਨ ਕੇ ਆਪਣੇ ਗ੍ਰਸਤ ਵਿੱਚ ਲੈ ਲੈਂਦੇ ਹਨ। ਵੱਡੋ ਨਿਲਾਜ ਅਜੂ ਨਹੀਂ ਹਾਰਿਓ, ਮਨ ਵੀ ਕਹਿੰਦੇ ਵੱਡਾ ਬੇਸ਼ਰਮ ਹੈ, ਹਲੇ ਵੀ ਇਹਨਾਂ ਦਾ ਹੀ ਸੰਗ ਕਰਦਾ ਹੈ, ਮੂਰਖ ਹੈ। ਇਹਨਾਂ ਤੋਂ ਛੁਟਕਾਰਾ, ਕਿਉਂਕਿ ਜਾਣਦਾ ਨਹੀਂ ਕਿ ਛੁੱਟਣਾ ਕਿਵੇਂ ਹੈ। ਕਹਿ ਰਵਿਦਾਸ ਕਹਾਂ ਕੈਸੇ ਕੀਜੈ, ਸਮਝਾਉਂਦੇ ਨੇ ਵੀ ਹੁਣ ਕਿਆ ਕਰੀਏ, ਕਿ ਕਿਹੜਾ ਉਪਾਅ ਕਰੀਏ ਕਿ ਇਹਨਾਂ ਤੋਂ ਬਚ ਸਕੀਏ। ਬਿਨ ਰਘੁਨਾਥ ਸਰਨ ਕਾ ਕੀ ਲੀਜੈ, ਫਿਰ ਦੱਸਦੇ ਨੇ, ਕਹਿੰਦੇ ਇੱਕ ਪਰਮੇਸ਼ਰ ਦੀ ਸ਼ਰਨ ਲਿਆ ਹੀ ਇਹ ਬਸ ਵਿੱਚ ਆ ਸਕਦੇ ਨੇ, ਇਹਨਾਂ ਤੋਂ ਬਚਾਅ ਹੋ ਸਕਦਾ ਹੈ।
ਹੋਰ ਦੂਜੇ ਦੀ ਸ਼ਰਨ ਜਾਵਾਂਗੇ, ਹੋਰ ਦੂਜੇ ਦੀ ਆਸ ਰੱਖਾਂਗੇ, ਇਹਨਾਂ ਪੰਜਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ। ਇਸ ਕਰਕੇ ਪਰਮੇਸ਼ਰ ਹੀ ਹੈ ਜਿਹਦੀ ਸ਼ਰਨ ਲਿਆ ਇਹਨਾਂ ਤੋਂ ਬਚਿਆ ਜਾ ਸਕਦਾ ਹੈ। ਕਿਉਂਕਿ ਜਿਨ੍ਹਾਂ ਭਗਤੀ ਕੀਤੀ ਹੈ, ਪਹਿਲਾਂ ਗੁਰ ਦਾ ਗਿਆਨ ਲਿਆ, ਗੁਰ ਦੇ ਸ਼ਬਦ ਨੂੰ ਰੱਖਿਆ ਚੱਕਰ ਬਣਾ ਕੇ, ਫਿਰ ਪ੍ਰਭੂ ਦੀ ਭਗਤੀ ਕੀਤੀ, ਫਿਰ ਜਾ ਕੇ ਪ੍ਰਭੂ ਦਾ ਮਿਲਾਪ ਹੋਇਆ। ਇੱਥੇ ਇਹ ਜੈਤਸਰੀ ਰਾਗ ਦੀ ਜਿਹੜੀ ਬਾਣੀ ਹੈ ਸਮਾਪਤ ਹੋ ਗਈ ਹੈ। ਕੱਲ ਨੂੰ ਆਪਾਂ ਸ਼ੁਰੂ ਕਰਾਂਗੇ ਟੋਡੀ ਰਾਗ, ਕਿਉਂਕਿ ਥੋੜੀ ਗਲ ਦੀ ਪ੍ਰੋਬਲਮ ਹੈ। ਆਪਾਂ ਥੋੜਾ ਅਭਿਆਸ ਕਰ ਲਈਏ ਅੱਜ। ਕੱਲ ਨੂੰ ਇਸ ਤੋਂ ਅਗਲਾ ਜੋ ਰਾਗ ਹੈ ਆਪਾਂ ਸ਼ੁਰੂ ਕਰਾਂਗੇ, ਟੋਡੀ ਰਾਗ ਦੀ ਬਾਣੀ ਕੱਲ ਤੋਂ ਸ਼ੁਰੂ ਕਰਾਂਗੇ। ਜੋ ਪ੍ਰੇਮ ਭਗਤੀ ਹੈ, ਜਿੱਥੇ ਆਪਾਂ ਪ੍ਰਭੂ ਦੀ ਸ਼ਰਨ ਵਿੱਚ ਰਹਿ ਕੇ ਹੀ ਜਿਹੜੇ ਅੰਦਰ ਪੰਜ ਦੁਸ਼ਟ ਨੇ ਸਾਡੇ, ਉਹਨਾਂ ਤੋਂ ਆਪਾਂ ਬਚ ਸਕਦੇ ਹਾਂ, ਉਹਨਾਂ ਨੂੰ ਆਪਣੇ ਕਾਬੂ ਵਿੱਚ ਕਰ ਸਕਦੇ ਹਾਂ। ਕਿਉਂਕਿ ਜਦੋਂ ਪ੍ਰਭੂ ਦੀ ਭਗਤੀ ਕਰਦੇ ਹਾਂ, ਪ੍ਰਭੂ ਦੇ ਹੀ ਪੈਦਾ ਕੀਤੇ ਨੇ ਇਹ, ਸਾਡੀ ਪਰਖ ਦੇ ਵਾਸਤੇ ਇਹਨਾਂ ਨੂੰ ਕਿਹਾ ਹੈ ਕਿ ਤੁਸੀਂ ਆਪਣਾ ਜ਼ੋਰ ਲਾਓ ਪੂਰਾ, ਮੈਨੂੰ ਮਿਲ ਨਾ ਸਕੇ ਇਹ ਜੀਵ, ਮੇਰੀ ਯਾਦ ਨਾ ਆਵੇ ਇਸ ਨੂੰ। ਇਸ ਕਰਕੇ ਪਰ ਜਿਹਨਾਂ ਦੇ ਅੰਦਰ ਵੈਰਾਗ ਹੈ, ਜਿਹਨਾਂ ਨੂੰ ਗੁਰਬਾਣੀ ਦੀ ਸੋਝੀ ਆ ਜਾਂਦੀ ਹੈ, ਉਹ ਫਿਰ ਪਰਮੇਸ਼ਰ ਤੋਂ ਬਿਨਾਂ ਕਿਸੇ ਦੀ ਭਗਤੀ ਨਹੀਂ ਕਰਦੇ, ਕਿਸੇ ਨੂੰ ਲੋਚਦੇ ਨਹੀਂ। ਉਹਨਾਂ ਨੂੰ ਫਿਰ ਪ੍ਰਭੂ ਆਪ ਇਹਨਾਂ ਦੀ ਗ੍ਰਸਤ ਤੋਂ ਬਚਾ ਲੈਂਦਾ ਹੈ। ਕਿਵੇਂ ਸ਼ਰਨ ਦੇ ਵਿੱਚ ਜਾਣਾ ਹੁੰਦਾ ਹੈ, ਕਿਉਂਕਿ ਪ੍ਰਭੂ ਕਿੱਥੇ ਵਸਦਾ ਹੈ? ਪ੍ਰਭੂ ਸਾਡੇ ਸਾਰਿਆਂ 'ਚ ਵਸਦਾ ਹੈ। ਤੇ ਸਾਰੇ ਸਾਡੇ ਸਾਰਿਆਂ ਦੇ ਵਿੱਚ ਕਿੱਥੇ ਵਸਦਾ ਹੈ? 10ਵੇਂ ਦੁਆਰ ਦੇ ਵਿੱਚ ਵਸਦਾ ਹੈ। ਸਾਡਾ ਸਰੀਰ ਜਿਹੜਾ 10 ਦੁਆਰਾਂ ਦਾ ਹੈ, 9 ਦੁਆਰੇ ਪ੍ਰਗਟ ਹਨ ਤੇ 10ਵਾਂ ਗੁਪਤ ਹੈ, 9 ਦੁਆਰੇ ਮਿਥਿਆ ਹਨ, 10ਵਾਂ ਅਵਿਨਾਸ਼ੀ ਹੈ। ਕਿਉਂਕਿ 10ਵੇਂ ਦੇ ਵਿੱਚ ਪਰਮੇਸ਼ਰ ਦਾ ਵਾਸਾ ਹੈ। ਪਰ ਅਸੀਂ ਜਦੋਂ ਇਹ ਸਰੀਰ ਟੈਟੇਰੀ ਹੋ ਜਾਂਦਾ ਹੈ, 9 ਦੁਆਰੇ ਟੈਟੇਰੀ ਹੋ ਜਾਂਦੇ ਨੇ, 10ਵੇਂ ਨੂੰ ਤਾਂ ਸਾਨੂੰ ਗਿਆਨ ਨਹੀਂ ਹੁੰਦਾ, ਫਿਰ ਸਾਨੂੰ ਜੰਮ ਪਕੜ ਕੇ ਲੈ ਜਾਂਦੇ ਹਨ। ਜਿਨ੍ਹਾਂ ਨੂੰ 10ਵੇਂ ਦੁਆਰ ਦਾ ਗਿਆਨ ਹੈ, ਉਹਨਾਂ ਦਾ ਰੋਜ਼ ਆਉਣਾ ਜਾਣਾ ਹੈ। ਉਹ ਜਦ ਵੀ ਸਮਾਂ ਆਏਗਾ, ਸਾਡਾ ਧਿਆਨ ਪਰਮੇਸ਼ਰ ਜੁੜ ਜਾਏਗਾ ਤੇ ਅਸੀਂ ਮੁਕਤ ਹੋ ਜਾਵਾਂਗੇ। ਜਿਹਨੂੰ ਜੰਮ ਪਕੜ ਕੇ ਲੈ ਜਾਣਗੇ, ਉਹਨਾਂ ਤੋਂ ਅੱਗੇ ਲੇਖਾ ਲਿਆ ਜਾਏਗਾ। ਸੋ ਇਸ ਤਰੀਕੇ ਨਾਲ ਸਮਝਾਇਆ ਹੈ ਸਾਨੂੰ ਕਿ ਪ੍ਰਭੂ ਦੀ ਸ਼ਰਨ ਦੇ ਵਿੱਚ ਹੀ ਆਪਾਂ ਇਹਨਾਂ ਤੋਂ ਬਚ ਸਕਦੇ ਹਾਂ, ਹੋਰ ਕੋਈ ਦੂਜਾ ਉਪਾਅ ਨਹੀਂ ਹੈ। ਕਿਵੇਂ ਆਪਾਂ ਜਾਣਾ ਹੁੰਦਾ ਪ੍ਰਭੂ ਦੀ ਸ਼ਰਨ ਦੇ ਵਿੱਚ? ਆਪਾਂ ਜਿਹੜਾ ਮਨ ਹੈ ਸਾਡਾ, ਜੋ ਆਪਾਂ ਹਾਂ ਅਸਲ ਦੇ ਵਿੱਚ, ਉਸ ਨੂੰ ਇਸ ਸਰੀਰ ਦੇ ਵਿੱਚ ਜੋਤ ਰੂਪ ਦੇ ਵਿੱਚ ਰੱਖਿਆ ਹੈ। ਇਸ ਸਰੀਰ ਦੇ ਵਿੱਚ ਜੋਤ ਰੱਖੀ, ਫਿਰ ਆਪਣਾ ਸਰੀਰ ਸੰਸਾਰ 'ਚ ਆਇਆ। ਇਸ ਸਰੀਰ ਦੇ ਵਿੱਚ ਜਿਹੜੇ ਮਨ ਰੂਪੀ ਜੋਤ ਕਿੱਥੇ ਹੈ? ਸਾਡੇ ਨੇਤਰਾਂ ਦੇ ਵਿੱਚ ਹੈ, ਅੱਖਾਂ ਦੇ ਵਿੱਚ, ਨੇਤਰਾਂ ਵਿੱਚ ਹੈ। ਪਰ ਨੇਤਰ 2 ਹੋਣ ਕਰਕੇ ਜਿਉਂ ਹੀ ਸਾਡੀ ਜੋਤ ਪਾਉਣ ਨਾਲ ਮਿਲਦੀ ਹੈ, ਨੇਤਰਾਂ 'ਚ ਬਹਿੰਦੀ 2 ਹੋ ਜਾਂਦੀ ਹੈ, ਆਪਣੇ ਮੂਲ ਨੂੰ ਭੁੱਲ ਜਾਂਦੀ ਹੈ। ਹੁਣ ਸਾਨੂੰ ਸਮਝਾਇਆ ਹੈ, ਫਿਰ ਉਸ ਪ੍ਰਭੂ ਦੀ ਸ਼ਰਨ ਵਿੱਚ ਜਾਵਾਂਗੇ, ਗੁਰ ਲੈ ਕੇ, ਗੁਰ ਨੂੰ ਹੀ ਸਾਰਾ ਕੁਛ ਮੰਨ ਲਵਾਂਗੇ, ਉਹੀ ਸਾਨੂੰ ਫਿਰ ਤਾਰਦਾ ਹੈ। ਕਿਉਂਕਿ ਉਹ ਕੋਈ ਬੰਦੇ ਦਾ ਦਿੱਤਾ ਬਚਨ ਨਹੀਂ। ਜੇ ਸਮਝੋ ਵੀ ਮੈਂ ਆਪ ਜੀ ਨੂੰ ਇਹ ਬਚਨ ਦਿੰਦਾ ਹੈ, ਮੇਰਾ ਕੋਈ ਨਹੀਂ ਹੈ, ਆਪਾਂ ਤਾਂ ਉਸ ਦਾ ਦੁਆਇਆ ਦਿੰਦੇ ਹਾਂ, ਕਿਉਂਕਿ ਮਾਲਕ ਉਹ ਹੈ, ਦੇਣ ਵਾਲਾ ਉਹ ਹੈ, ਅਸੀਂ ਚਾਕਰ ਹਾਂ। ਇਸ ਕਰਕੇ ਉਸ ਪ੍ਰਭੂ ਦੀ ਸ਼ਰਨ ਵਿੱਚ ਜਾਣ ਦਾ ਭੇਤ ਸਮਝਾਉਂਦੇ ਹਾਂ, ਲੇਕਿਨ ਕਰਨ ਵਾਲਾ ਉਹੀ ਹੈ। ਸਾਨੂੰ ਸਮਝਾ ਦਿੱਤਾ ਹੈ ਕਿ ਸਾਡਾ ਮਨ ਜਦੋਂ ਨੇਤਰਾਂ 'ਚ ਆ ਕੇ ਬਹਿ ਜਾਂਦਾ ਹੈ, 2 ਰੂਪ ਜੋਤਾਂ 'ਚ ਹੋ ਜਾਂਦਾ ਹੈ। ਜਿਵੇਂ ਦਾਲ ਹੁੰਦੀ ਹੈ, ਦਾਲ ਦਲ ਦਿੱਤੀ ਜਾਂਦੀ ਹੈ, ਦਾਲ ਦੇ ਉੱਤੋਂ ਛਿਲਕਾ ਉਤਰ ਜਾਂਦਾ ਹੈ ਤੇ ਉਹ ਦਾਣਾ ਆਪਾਂ ਬੀਜੀ ਜੰਮ ਨਹੀਂ ਸਕਦਾ, ਕਿਉਂਕਿ ਸਾਬਤ ਹੀ ਜੰਮੇਗਾ। ਉੱਪਰ ਛਿਲਕਾ ਵੀ ਹੋਣਾ ਜ਼ਰੂਰੀ ਹੈ ਦਾਣੇ ਦੇ, ਫਿਰ ਹੀ ਜੰਮੇਗਾ। ਪੈਕਿੰਗ ਹੁੰਦੀ ਹੈ ਜਿਹੜੀ
दाने दी हर एक चीज़ दी जिवें आपां संसार च पैकिंग करते हाँ, इहदा परमेश्वर कुदरत द्वारा पैकिंग करता, हर एक चीज़ नूं पैक करता है। दाल है उसके उपर भी छिलका दाल दे छिलके दे विच पैक हुई हुंदी है। कोई फल फ्रूट है सब पैक कीता हुंदा है। छोटे तो छोटी पैकिंग है, बड़ी तो बड़ी पैकिंग है। सरों दे दाने ने उन्हां विच भी तेल दी पैकिंग हुंदी है। जदों उस नूं पीड़दे हाँ तेल बाहर आ जांदा है। इदा सारा कुछ है। लेकिन मेरा समझाउंदे ने कि साडे मन की हालत की हो गई, सच काल कूड़ वरत्या कल कालक बेताल बियो भी पत लै गए अब क्यों उगवै दाल। कहंदे सच नूं भुल गए लोग, काल दा पसारा हो गया ते मुख ते साडे अस्थूल होण करके काल खा गई। इस करके सानू आपे दा ज्ञान नहीं रहा, असी माया रूप तक ही सीमित रह गए ते मन दलिया गया, दो च हो गया। किवें उगे जे एक होए तां उगवै रुती हूँ रुत होए, जे एक होएगा फिर बीजांगे उग पेगा। जिवें संसार दे विच कुछ फसलां ने वो संसार समय दे नाल हुंदियां ने, लेकिन नाम ऐसा है जिहड़ा 12 माह ही फलदा है, 12 महीने इसनूं फल लगदा है। सो इसनूं जद मर्जी बीजांगे उदों ही हुंदा है। जे एक होए तां उगवै रुती हूँ रुत होए, हर रुत दे विच हुंदा है। नानक पाहे 12 कोरे रंग न सोए। पर जब तक असी परमेश्वर नूं पा नहीं लैंदे, साडे मन नूं रंग नहीं चढ़दा ते मन कोरा ही रहिंदा, ज्ञान तो भी कोरा रहिंदा है ते प्रभु दे दर्शन तो भी कोरा है। इस नूं नाम रंग चढ़ नहीं सकदा। इस करके सानू समझाया है कि आपां अपनी जोत नूं एक दृष्ट करना है। किवें आपां एक दृष्ट होना है, किवें आपां समझ सकते हाँ कि असीं एक दृष्ट हाँ कि दो दृष्ट हाँ। जेकर कोई नवां जीव उसने समझण की कोशिश करनी है, दो नेत्र ने, दो दृष्टि है, दोनों दृष्टि नूं अपनी नूं इस पॉइंट ते एक कर लेना हुंदा, सम करना हुंदा है। इत्थे अपनी दृष्टि फोकस करके देखना हुंदा है कि नक नज़र आउंदा कि नहीं आउंदा। जे नक नज़र आउंदा है तां दो दृष्टि च हाँ, जे नक नज़र नहीं आउंदा एक दृष्ट हाँ। जे नक नज़र आउंदा फिर आपां इह देखना हुंदा किस पासे तो नज़र आउंदा है। जिस पासे ज़्यादा ध्यान होएगा उस पासे सानू अपना नक नज़र आउंदा है। जे ध्यान ज़्यादा सज्जे होएगा सज्जे पासे नक दिसेगा, जे ध्यान ज़्यादा खब्बे होएगा खब्बे पासे नक दिसेगा, जे ध्यान विचाले होएगा दोनों पासे तो नक दिसेगा। जदों एक दृष्ट हो जावांगे उदों नक नहीं दिसेगा। जदों नक नहीं दिसदा आपां एक दृष्ट हाँ, उत्थे मन देवता है पर उत्थे भी मुक्ति नहीं है। उस तो बाद गुर दा ज्ञान है जिहदे द्वारा आपां प्रवेश करना हिरदे दे विच, फिर ध्याउणा है, ध्याउण दे नाल साडा मुख प्रकाश होना है ते सानू सारे पासे ही परमेश्वर दा अनुभव होना है। फिर आपां उसदी सिफ सलाह कर सकते हाँ। इदां अपना जीवन जिहड़ा सफल होंदा है। आओ आपां की करना है, पहला मेरे वाल देख लेवो फिर आपां करांगे। पहला अपनी दृष्टि दोनों नेत्रां नूं इस पॉइंट ते सम करांगे। इदां ये देखांगे कि नक दिसदा जां नहीं दिसदा, जे दिसदा किस पासों दिसदा सज्जे खब्बे जां दोनों पासे तो ये न देखांगे। इत्थों मैं आप जी नूं आवाज़ देवांगा कि ध्यान सामने लाओ, आप सामने देखांगे। इत्थों फिर मैं आप जी नूं आवाज़ देवांगा कि ध्यान मस्तक दे सामने लै जाओ, आप पलकां उत्ते चुक दांगे। जदों फिर कमांगा सामने फिर सामने देखांगे ते जदों कमांगा नक ते सम करके फिर नक ते सम करके देखांगे। फिर देखांगे वापस जे किसी नूं पहला नक दिसदा सी कि हुण दिसणों हट गया, क्योंकि जदों एक दृष्ट हो गई नक नज़र नहीं आएगा। इस पासे एक हल्की परछाई आ सकती सानू खब्बे पासे, क्योंकि इस पासे आपां नूं सुखमना प्रगट होनी, इस पासे प्रकाश होना खब्बे पासे। सो आओ सारे ही
करिए, दृष्टि सम करिए, नेत्र सम करके अपने आप को देखिए। ध्यान नीचे लाए जी। और पहला देखिए सम, सॉरी, दृष्टि सम करके अपने आप को देखिए। पहला नखते सम करिए। सामने लेके आइए, ध्यान सामने देखिए। मस्तक दे सामने लै जो, पलका उत्ते चुक दो। फिर सामने लेके आइए। फिर नक ते सम करके देखिए। नहीं देखना है, किसी ने पहला नक दिसता सी कि हुण दिसण हट गया। एक दृष्ट हो जाएंगे, निशानी की है कि सानू अपना नक नहीं दिसेगा। हल्का जिहा सानू खब्बे पासे अनुभव हो सकता है। ध्यान नीचे ले जाइए, बिल्कुल रिलैक्स नीचे देखना है। फिर दृष्टि सम करके अपने आप को देखिए।
फिर नीचे लीजिए ध्यान। फिर सम करके देखिए अपने आप ਨੂੰ। नीचे ध्यान लीजिए, बिल्कुल रिलैक्स।
फिर सम करके देखे अपने आप को। फिर नीचे ले जाइए ध्यान। नीचे देखना, बिल्कुल रिलैक्स।
बिल्कुल रिलैक्स सामने देखना है। मस्तक दे सामने लै जो ध्यान पलकां उत्ते चुक दो। सामने लेके आइए ध्यान, सामने देखिए।
नीचे लै जी ध्यान, ध्यान नीचे लै जी। और सम करके अपने आप को देखिए, दृष्टि सम करके अपने आप को देखिए। वाहिगुरु जी का खालसा, वाहिगुरु जी की फतेह। सो गुरमुख प्यारिओ, इस तरीके दे नाल आपां अभ्यास करना है, अपने आप की पहचान करनी है ते प्रभु की शरण दे विच ध्यान जोड़ना है एक दृष्ट होके। ते ज्यों ज्यों आपां ते आउंदे जावांगे साडी दृष्टि निर्मल होएगी, नेत्र संतोखे जाणगे ते फिर सारे पासे सानू प्रकाश अनुभव होना शुरू होएगा। क्योंकि नेत्र संतोखना, अखां नूं संतोखना ही भगती है। कह पीखण दूह नैन संतोखे, जात पेखों तत सोई। पीखण जी कहते जदों नेत्र संतोखे गए, देखिया सारे पासे परमेश्वर है। सौ प्यारिओ, इन्नी विचार करते हैं बहुत सारिया भुलां हो जांदियां हन। आप संगत सतगुरु जी बख्शण योग हो, बख्श लेना जी। वाहिगुरु जी का खालसा, वाहिगुरु जी की